मैं अपने बेटे लिए बना रहा हूँ, मैं लॉन्च कर रहा हूँ और मेरी कंपनी ही ਇਹਨੂੰ ਪ੍ਰੋਡਿਊਸ ਕਰ ਰਹੀ ਹੈ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਅਸੀਂ ਇਹ ਡਿਸੀਜਨ ਲਿਆ ਕਿ ਮੈਂ ਆਪਣੇ ਬੇਟੇ ਨੂੰ ਪੰਜਾਬੀ ਵਿੱਚ ਲਾਂਚ ਕਰਨਾ ਚਾਹੁੰਦਾ। ਉਹਦਾ ਰੀਜ਼ਨ ਇਹੀ ਸੀ ਕਿ ਮੈਂ ਸੋਚ ਰਿਹਾ ਸੀ ਕਿ ਕੀ ਕੀਤਾ ਜਾਏ, ਦੋਸਤਾਂ ਨਾਲ ਗੱਲ ਕੀਤੀ, ਉਹਨਾਂ ਨੂੰ ਆਈਡੀਆ ਵੀ ਅੱਛਾ ਲੱਗਾ ਤੇ ਅਸੀਂ ਕਿ ਅੱਜ ਦੀ ਜਨਰੇਸ਼ਨ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿਆਂਗਾ ਤਾਂ ਪੰਜਾਬ ਨੂੰ ਸਮਝਣ, ਕਲਚਰ ਸਮਝਣ ਉਹਨਾਂ ਨੂੰ ਮਦਦ ਮਿਲੇਗੀ। ਅੱਜ ਤੁਹਾਨੂੰ ਬਾਲੀਵੁੱਡ ਦੇ ਦਿੱਗਜ ਨਾਲ ਅਸੀਂ ਮਿਲਵਾਉਣ ਜਾ ਰਹੇ ਜਿਨ੍ਹਾਂ ਨੇ ਬਾਲੀਵੁੱਡ ਦੀ तमाम ਫਿਲਮਾਂ 'ਚ ਕੰਮ ਕੀਤਾ। ਦਮ ਹੋਵੇ, ਗਰਵ ਹੋਵੇ, ਰਨ ਹੋਵੇ, तमाम ਫਿਲਮਾਂ 'ਚ ਕੰਮ ਕੀਤਾ। ਇੰਨੀਆਂ ਫਿਲਮਾਂ ਦੀ ਲਿਸਟ ਹੈ, ਦੱਸਦੇ ਸਾਨੂੰ ਸ਼ਾਮ ਹੋ ਜੀ। ਤਾਂ ਇਸ ਸਮੇਂ ਮੇਰੇ ਨਾਲ ਸ਼ੂਟਿੰਗ ਤੇ ਅਸੀਂ ਪਹੁੰਚੇ ਹਾਂ ਸੈਕਟਰ 42 ਚੰਡੀਗੜ੍ਹ। ਇੱਥੇ ਨੇੜੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਸਮੇਂ ਮੇਰੇ ਨਾਲ ਮੌਜੂਦ ਨੇ ਬਾਲੀਵੁੱਡ ਐਕਟਰ ਮੁਕੇਸ਼ ਰਿਸ਼ੀ ਜੀ। ਇਹਨਾਂ ਨਾਲ ਖਾਸ ਗੱਲਬਾਤ ਕਰ ਰਹੇ ਤੇ ਹੋਰ ਵੀ ਇੰਡਸਟਰੀ ਨਾਲ ਜੁੜੀਆਂ ਖੂਬ ਸਾਰੀਆਂ ਗੱਲਾਂ ਕਰਾਂਗੇ। ਮੁਕੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀਵੀ NRI ਤੇ। ਥੈਂਕ ਯੂ ਜੀ, ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ। अच्छा, ਹੁਣ तक ਤੁਸੀਂ ਜਿੰਨੀ ਵੀ ਫਿਲਮਾਂ 'ਚ ਕੰਮ ਕੀਤਾ, तमाम ਫਿਲਮਾਂ ਨੇ ਬਾਲੀਵੁੱਡ ਦੀਆਂ, ਇੱਕ ਤੋਂ ਇੱਕ ਵੱਧ ਕੇ ਫਿਲਮਾਂ ਹੈ, ਚਾਹੇ ਉਹ ਗਰਵ ਹੈ, ਚਾਹੇ ਉਹ ਰਨ ਹੈ, ਚਾਹੇ ਉਹ ਦਮ ਮੂਵੀ ਹੈ, ਚਾਹੇ ਹੋਰ ਕਈ ਫਿਲਮਾਂ ਨੇ। ਐਕਸਪੀਰੀਅੰਸ ਵਾਈਜ਼ ਐਜ਼ ਐਨ ਐਕਟਰ ਕਿੱਦਾਂ ਰਿਹਾ ਮੁਕੇਸ਼ ਜੀ ਦੇ ਗੱਲ ਜ਼ਰੀਏ ਦਾ? ਯਾਰ ਤੁਸੀਂ ਸਿੱਖਦੇ ਹੋ, ਜਦੋਂ ਆਏ ਸੀ ਤੇ ਕੋਈ ਦੱਸਣ ਵਾਲਾ ਨਹੀਂ ਸੀ, ਸਮਝਾਉਣ ਵਾਲਾ ਨਹੀਂ ਸੀ, ਕੋਈ ਫੈਮਿਲੀ ਦਾ ਬੰਦਾ ਨਹੀਂ ਸੀ ਇਸ ਲਾਈਨ ਵਿੱਚ। ਆਪੇ ਸਿੱਖਦੇ ਰਹੇ, ਸਮਝਦੇ ਰਹੇ ਕਿ ਕਮਜ਼ੋਰੀਆਂ ਨੇ, ਉਹਨਾਂ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਸਰ ਰੋਲ ਮਿਲੇ ਉਸ ਤਰ੍ਹਾਂ ਥੋੜਾ ਜਿਹਾ ਆਦਮੀ ਪੋਲਿਸ਼ ਵੀ ਕਰਦਾ ਹੁੰਦਾ, ਆਪਣੇ ਆਪ ਦੇਖਦਾ ਆਪਣੀ ਪ੍ਰੋਗਰੈਸ। ਬਸ ਉਸ ਤਰ੍ਹਾਂ ਕਰਦੇ ਕਰਦੇ ਸਫ਼ਰ ਐਕਟਿੰਗ ਦੀ ਗੱਡੀ ਚੱਲ ਰਹੀ ਸਾਡੀ। ਤੇ ਲੀਡਰ ਮੂਵੀ ਦੇ ਸ਼ੂਟ ਕਰੋ, ਕਿੱਦਾਂ ਦੀ ਮੂਵੀ, ਤੁਹਾਡਾ ਕਿੱਦਾਂ ਦਾ ਰੋਲ ਹੈ, ਕਿੱਦਾਂ ਦੇ ਜਿਹੜੇ ਸ਼ੇਡਸ ਨੇ ਆਡੀਅנס ਨੂੰ, ਫੈਨਸ ਨੂੰ ਦੇਖਣ ਨੂੰ ਮਿਲਣਗੇ? ਲੀਡਰ ਫਿਲਮ ਜਿਹੜੀ ਹੈ ਮੈਂ ਆਪਣੇ ਬੇਟੇ ਲਈ ਬਣਾ ਰਿਹਾ, ਉਹਨੂੰ ਮੈਂ ਲਾਂਚ ਕਰ ਰਿਹਾ ਔਰ ਮੇਰੀ ਕੰਪਨੀ ਹੀ ਇਹਨੂੰ ਪ੍ਰੋਡਿਊਸ ਕਰ ਰਹੀ ਹੈ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਅਸੀਂ ਇਹ ਡਿਸੀਜਨ ਲਿਆ ਕਿ ਮੈਂ ਆਪਣੇ ਬੇਟੇ ਨੂੰ ਪੰਜਾਬੀ 'ਚ ਲਾਂਚ ਕਰਨਾ ਚਾਹੁੰਦਾ। ਉਹਦਾ ਰੀਜ਼ਨ ਇਹੀ ਸੀ ਕਿ ਮੈਂ ਸੋਚ ਰਿਹਾ ਸੀ ਕਿ ਕੀ ਕੀਤਾ ਜਾਏ, ਦੋਸਤਾਂ ਨਾਲ ਗੱਲ ਕੀਤੀ, ਉਹਨਾਂ ਨੂੰ ਆਈਡੀਆ ਵੀ ਅੱਛਾ ਲੱਗਾ ਤੇ ਅਸੀਂ ਕਿ ਅੱਜ ਦੀ ਜਨਰੇਸ਼ਨ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿਆਂਗਾ ਤਾਂ ਪੰਜਾਬ ਨੂੰ ਸਮਝਣ, ਕਲਚਰ ਸਮਝਣ ਉਹਨਾਂ ਨੂੰ ਮਦਦ ਮਿਲੇਗੀ ਤੇ ਇਸ ਕਰਕੇ ਫਿਲਮ ਮੈਂ ਉਸ ਲਈ ਬਣਾ ਰਿਹਾ, ਉਹਨੂੰ ਲਾਂਚ ਕਰ ਰਿਹਾ ਹੈ। ਔਰ ਲੀਡਰ ਦੀ ਕਹਾਣੀ ਹੈ ਬਾਪ ਔਰ ਬੇਟੇ ਦੀ। ਮੈਂ ਦੇਖਿਆ ਕਿ ਬਾਪ ਔਰ ਬੇਟਾ ਹਮੇਸ਼ਾ ਘਰਾਂ ਦੇ ਵਿੱਚ ਮੈਂ ਦੇਖਦਾ ਕਿ ਟਾਈਮਿੰਗ ਮੈਚ ਨਹੀਂ ਹੁੰਦੇ ਉਹਨਾਂ ਦੇ। ਮਾਂ ਤਾਂ ਹਮੇਸ਼ਾ ਅਵੇਲੇਬਲ ਰਹਿੰਦੀ ਹੈ, ਬੱਚੇ ਲੇਟ ਵੀ ਆਉਣ ਤਾਂ ਵੀ ਮਾਂ ਉੱਠ ਕੇ ਪੁੱਛਦੀ ਹੈ ਕੁਛ, ਲੇਕਿਨ ਬਾਪ ਵਿਚਾਰਾ ਜਲਦੀ ਆਉਂਦਾ, ਬੱਚੇ ਲੇਟ ਆਉਂਦੇ ਨੇ, ਬਾਪ ਚਲਾ ਜਾਂਦਾ, ਬੱਚੇ ਲੇਟ ਉੱਠਦੇ ਨੇ। ਤਾਂ ਉਸ ਤਰ੍ਹਾਂ ਦਾ ਮੈਨੂੰ ਲੱਗਾ ਕਿ ਕਿਉਂ ਨਾ ਕੋਈ ਰਿਸ਼ਤੇ ਦੀ ਥੋੜ੍ਹੀ ਜਿਹੀ ਮਜ਼ਬੂਤੀ ਦੇ ਉੱਤੇ ਧਿਆਨ ਦਿੱਤਾ ਜਾਏ। ਫਿਰ ਅਸੀਂ ਕਹਾਣੀ ਉਸ ਤਰ੍ਹਾਂ ਪਿਰੋਈ ਜਿਸ ਤਰ੍ਹਾਂ ਮੇਰੇ ਬੇਟੇ ਨੂੰ ਸੂਟ ਕਰਦੀ ਸੀ, ਰਾਜ ਔਰ ਰਿਸ਼ੀ ਦਾ ਨਾਮ। तो उस तरह की खुशबू मैं अपनी कहानी च रखी है ताकि फैमिली का हर आदमी, हर एज का आदमी उन्होंने बैठ के देख सके। और अगर मेरी खुशबू जो असी सोचा सी वो उत्थे तक पहुँचती है तो सानू यह बड़ी खुशी होगी। ਤੇ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਪਣੇ ਬੇਟੇ ਨੂੰ ਲਾਂਚ ਕਰੋ ਫਿਲਮ ਦੇ ਜ਼ਰੀਏ, ਉਹਦਾ ਡੈਬਿਊ ਹੋਣ ਜਾ ਰਿਹਾ। ਇੱਕ ਫਾਦਰ ਹੀ ਗਾਈਡ ਕਰਦਾ ਬੇਟੇ ਨੂੰ ਕਿ ਤੂੰ ਐਦਾਂ ਕਰ, ਕਿਉਂਕਿ ਥੋਤੋਂ ਹੀ ਤੁਹਾਡੇ ਬੇਟੇ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਕਿ ਤੁਸੀਂ ਬਾਲੀਵੁੱਡ 'ਚ ਬਹੁਤ ਕੰਮ ਕੀਤਾ ਹੈ। ਜੀ, ਮੈਂ ਉਹਨੂੰ ਸਭ ਤਰ੍ਹਾਂ ਦੇ ਮੌਕੇ ਦਿੱਤੇ, ਬਾਹਰੋਂ ਵੀ ਸਿੱਖਣ ਦਾ ਮੌਕਾ ਦਿੱਤਾ। ਫਿਰ ਮੈਂ ਇਹ ਵੀ ਦੇਖਿਆ ਕਿ ਉਹ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ। ਫਿਰ ਅਸੀਂ ਆਪਸ 'ਚ ਵੀ ਬਹੁਤ ਕੁਝ ਐਕਸਰਸਾਈਜ਼ ਕਰਦੇ ਸੀ, ਜੋ ਮੈਨੂੰ ਆਉਂਦਾ ਸੀ। ਸਕ੍ਰਿਪਟ ਪੜ੍ਹਨੇ, ਉਹਨਾਂ ਦੇ ਉੱਤੇ ਐਕਟਿੰਗ ਕਰਨੀ, ਡਿਫਰੈਂਟ ਸੀਨ ਦੇਣੇ, ਉਹਨੂੰ ਤਰੀਕੇ ਸਮਝਾਉਣੇ ਜਿੰਨੇ ਮੈਨੂੰ ਸਮਝ ਆਏ ਸੀ। ਉਸ ਦੇ ਨਾਲ ਇਹ ਫਾਇਦਾ ਹੋਇਆ ਕਿ ਫਿਲਮ ਕਰਨ ਤੋਂ ਪਹਿਲਾਂ ਉਹ ਕਾਫੀ ਮੇਰੇ ਨਾਲ ਯੂਜ਼ ਟੂ ਸੀ। ਹਰ ਕੋਈ ਵੀ ਚੀਜ਼ ਐਕਟਿੰਗ ਦੇ ਬਾਰੇ ਗੱਲ ਕਰ ਸਕਦਾ ਜਾਂ ਮੈਂ ਉਹਨੂੰ ਕਦੇ ਵੀ ਕਹਿ ਸਕਦਾ ਮੈਨੂੰ ਇਹ ਸੀਨ ਕਰਕੇ ਦਿਖਾ, ਜਦ ਅਸੀਂ ਬੈਠਦੇ ਸੀ। ਇਹ ਇੱਕ ਐਡਵਾਂਟੇਜ ਹੋ ਗਿਆ ਔਰ ਇਹ ਬਹੁਤ ਹੀ ਇੰਪੋਰਟੈਂਟ ਐਡਵਾਂਟੇਜ ਹੈ ਬੱਚੇ ਲਈ, ਕਿਉਂਕਿ ਬੱਚੇ ਦੀ ਅਸੀਂ ਕੈਰੀਅਰ ਦੇਖਣਾ, ਉਹਦੀ ਜ਼ਿੰਦਗੀ ਵਾਸਤੇ ਅਸੀਂ ਇਹ ਕੰਮ ਕਰ ਰਹੇ ਹਾਂ। ਔਰ ਜਦ ਬੱਚੇ, ਕੋਈ ਵੀ ਕਿਸੇ ਦੇ ਵੀ ਬੱਚੇ ਹੋਣ, ਚਾਹੇ ਬਿਜ਼ਨਸਮੈਨ ਦੇ ਬੱਚੇ ਹੋਣ, ਜਿਸ ਵਕਤ ਮਾਂ ਬਾਪ ਨੂੰ ਲੱਗਦਾ ਹੈ ਕਿ ਬੱਚਾ ਜਿਹੜਾ ਹੈ ਉਸ ਕੰਮ ਦੀ ਇੱਜ਼ਤ ਕਰਨ ਲੱਗ ਪਿਆ ਜਿਹੜਾ ਉਹਨੂੰ ਕਰਨਾ ਹੈ ਔਰ ਉਹ ਫੈਮਿਲੀ ਦਾ ਹੋਏ ਤਾਂ ਨੈਚੁਰਲੀ ਉਹਨੂੰ ਫਾਇਦਾ ਤਾਂ ਹੁੰਦਾ ਹੀ ਉਸ ਚੀਜ਼ ਦਾ। ਮੈਂ ਜੋ ਵੀ ਪੋਜੀਸ਼ਨ ਬਣਾਈ ਹੈ, ਮੇਰਾ ਕੁਛ ਨਾ ਕੁਛ ਜੋ ਵੀ ਫਾਇਦਾ ਉਹਨੂੰ ਹੋ ਸਕਦਾ ਮੈਂ ਤਾਂ ਪਾਸ ਆਨ ਕਰਾਂਗਾ। ਲੇਕਿਨ ਮੈਨੂੰ ਇਹ ਤਾਂ ਲੱਗਣਾ ਚਾਹੀਦਾ ਕਿ ਮੇਰਾ ਬੱਚਾ ਇਸ ਕੰਮ 'ਚ ਸੀਰੀਅਸ ਹੈ, ਉਹ ਕਰਨਾ ਚਾਹੁੰਦਾ। ਤੇ ਇਹੀ ਚੀਜ਼ ਜਦ ਮੈਂ ਦੇਖੀ ਤੇ ਫਿਰ ਅਸੀਂ ਕਾਫੀ ਮਿਲ ਜੁਲ ਕੇ ਕਾਫੀ ਕੰਮ ਅਸੀਂ ਕੀਤੇ। ਦੋਨਾਂ ਨੇ ਉਹ ਸਮਝਦਾ ਇਸ ਗੱਲ ਨੂੰ ਤੇ ਹੁਣ ਜਿਸ ਦੇ ਨੀਡਰ ਦਾ ਐਕਸਪੀਰੀਅੰਸ ਜਿਹੜਾ ਹੁਣ ਉਹਦੇ ਨਾਲ ਹੈ ਤੇ ਮੈਂ ਪੂਰੀ ਉਮੀਦ ਹੈ ਕਿ ਇਸ ਫਿਲਮ ਦਾ ਐਕਸਪੀਰੀਅੰਸ ਜਿਹੜਾ ਉਹ ਕਿ ਉਹਦੀ ਜ਼ਿੰਦਗੀ 'ਚ ਕੰਮ ਆਊਗਾ। ਮੁਕੇਸ਼ ਜੀ, ਹੁਣ ਤੱਕ ਜਿੰਨੇ ਵੀ ਐਕਟਰਸ ਨਾਲ ਕੰਮ ਕੀਤਾ, ਸਭ ਤੋਂ ਬੈਸਟ ਐਕਸਪੀਰੀਅੰਸ ਕਿਹਨੂੰ ਮੰਨਦੇ ਹੋ ਕਿ ਕਿਸ ਨਾਲ ਰਿਹਾ? ਹਾਲਾਂਕਿ ਥੋੜਾ ਜਿਹਾ ਔਖਾ, ਬਟ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਬੈਸਟ ਮੂਵੀ ਪਲੱਸ ਬੈਸਟ ਐਕਸਪੀਰੀਅੰਸ ਕਿਹੜੇ ਤੁਹਾਡੇ ਕੋ ਐਕਟਰ ਨਾਲ ਰਿਹਾ? ਕੀ ਹੁੰਦਾ ਕਿ ਮੇਰੀ ਤੇ ਕੋਈ ਫਿਲਮਾਂ 'ਚ ਹੈ ਨਹੀਂ ਸੀ ਤੇ ਮੇਰੇ ਲਈ ਹਰ ਚੀਜ਼ ਜਿਹੜੀ ਸੀ ਉਹ ਨਵੀਂ ਸੀ। ਮੇਰੀ ਪਹਿਲੀ ਫਿਲਮ ਦੇ ਵਿੱਚ ਸਾਰੇ ਮੰਜੇ ਹੋਏ ਐਕਟਰ ਸੀ, ਚਾਹੇ ਉਹ ਜੈਕੀ ਸ਼ਰॉफ साहब, ਰਿਸ਼ਪੁਰੀ ਜੀ, डिम्पल कपाड़िया, राज बब्बर साहब। तो शुरू तो ही काम उन्होंने होया जिन्होंने मैं पसंद करता सी, जिन्हों की मैं फिल्मां देखता सी। तो शुरुआत ही ऐसी हुई अपनी कि उन्होंने स्टार्स के नाल काम करने का मौका मिला।
ਬਟ ਮੈਂ ਵੀ ਹੁਣ ਐਕਟਰ ਹਾਂ ਤੇ ਉਹਨਾਂ ਨਾਲ ਕੰਮ ਕਰਨਾ ਤੇ ਕੰਮ ਵੀ ਅੱਛਾ ਹੋਣਾ ਚਾਹੀਏ। ਇਹੀ ਕੰਬੀਨੇਸ਼ਨ ਪਕੜ ਕੇ ਮੈਂ ਚੱਲਦਾ ਰਿਹਾ। ਤੋ ਨੈਚੁਰਲੀ ਤੁਸੀਂ ਜਿਹੜਾ ਪਹਿਲਾ ਕੰਮ ਕਰਦੇ ਹੋ ਤੁਹਾਨੂੰ ਹਮੇਸ਼ਾ ਤੁਹਾਨੂੰ ਅੱਛਾ ਲੱਗਦਾ ਹੈ। ਗਰਦਿਸ਼ ਮੇਰੀ ਪਹਿਲੀ ਫਿਲਮ ਸੀ तो हमेशा मेरे दिल के करीब रहेगी। फिर कई फिल्म आईਆਂ सरफरोश ਤੇ ਤੱਕ ਪਹੁੰਚਣ ਤੱਕ ਥੋੜੀ ਸੀ और चीज़ां समझ आईਆਂ, एक वेरिएशन मिली काम करने ਵਿੱਚ। इस तरह कई फिल्मां और इस तरह करनियां शुरू कीਤੀਆਂ। ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਐਕਟਰ ਨੂੰ ਆਪਣੇ ਆਪ ਬਾਰੇ ਸੋਚ ਕੇ ਫਾਇਦਾ ਨਹੀਂ ਹੁੰਦਾ ਕਿ ਮੈਂ ਹੁਣ ਇਹ ਕਰਾਂਗਾ ਕਿਉਂਕਿ ਅਸੀਂ ਮਾਰਕੀਟ ਜਿਸ ਤੁਸੀਂ ਬੈਠੇ ਹੋ ਔਰ ਮਾਰਕੀਟ ਤੁਹਾਨੂੰ ਖਰੀਦਦੀ ਹੈ। ਉਹ ਡਿਸਾਈਡ ਕਰਦੇ ਨੇ ਕਿ ਤੁਸੀਂ ਕੀ ਕਰੋਗੇ ਕੀ ਨਹੀਂ ਕਰੋਗੇ। ਫਿਰ ਤੁਹਾਨੂੰ ਵੇਟ ਵੀ ਕਰਨਾ ਪੈਂਦਾ। तो मैं हमेशा इस चीज़ की इज्जत की है कि मैनू लोग किस तरह का रोल देना चाहते हैं। फिर वो विलनगिरी की, फिर उन्होंने अपने आप ही समझ आने लगा कि आदमी सॉफ्ट रोल भी कर सकता है। फिर साउथ इंडिया चले गए करने वास्ते, उन्होंने भी पॉजिटिव रोल दिते। फिर हर एज के आस्ता आस्ता सब कुछ मिलना शुरू होया। तो ये मैं इसनू काफ़ी अचीवमेंट समझदा। ਤੁਸੀਂ ਬਤੌਰ ਕਰੀਅਰ ਦੀ ਸ਼ੁਰੂਆਤ ਐਜ਼ ਅ ਮਾਡਲ ਕੀਤੀ ਸੀ, ਤੁਸੀਂ ਬਿਜ਼ੀ ਸੀ ਭਾਵੇਂ ਵਰਕ ਸ਼ੈਡਿਊਲ ਵਿੱਚ, ਬਟ ਉਹ ਚੀਜ਼ ਨੇ ਤੁਹਾਨੂੰ ਕਿੰਨਾ ਸਪੋਰਟ ਕੀਤਾ, ਕਿੰਨਾ ਕੁ ਬੈਨੀਫੀਸ਼ੀਅਲ ਜਿਹੜੀ ਹੈਗੀ ਹੈ ਸਾਬਿਤ ਹੋਈ ਹੈ ਤੁਹਾਡੇ ਵਾਸਤੇ? बहुत अच्छी, क्योंकि फिल्मां च आना ही मेन चीज़ है। हर एरिया का एक स्टेज होंदी है जी बेस्ट होंदी है। ऐड कीतियां उन्हां च समझ आया कैमरे की की भाषा होंदी है, किस तरह तुहानूं कहंदे ने लैफ्ट हो जाओ राइट हो जाओ थोड़ा मार्क ते आ जाओ इत्थे देखो। वो चीज़ां उस वक्त समझ आनियां शुरू हो गई सी। तो ऐड जिन्नियां भी कीतियां उन्हां च ये फायदा जरूर होया कि जब सिनेमा करन लगे तो थोड़ा जिहा बहुत कैमरे की समझ आ गई सी। ਤੇ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਪੁੱਛਿਆ ਸੀ ਕਿ तमाम ਐਕਟਰਾਂ ਨਾਲ ਕੰਮ ਕੀਤਾ, ਤੁਸੀਂ ਦਮ ਮੂਵੀ ਕਾਫੀ ਖਾਸ ਰਹੀ ਹੈ ਕਿਉਂਕਿ ਕੈਰੈਕਟਰ ਬੜਾ ਡਿਫਰੈਂਟ ਸੀਗਾ। जी। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸੀ ਤੁਹਾਡਾ ਵਿਵੇਕ ਉਬਰਾਏ ਨਾਲ? बहुत अच्छा होता है। एक डिफरेंट करैक्टर से एक ईमानदार पुलिस ऑफिसर जड़ा ये बिलीव करता है कि मैं सिर्फ ईमानदार पुलिस जो भर्ती हो रहे हैं उन्होंने मदद करांगा, और जिन्हें भी सिफारिश लैके आते उन्होंने एक्साइट कर देना, और जिन्हें भी ईमानदार होंगे उन्होंने कहना आ जाओ मैदान च भाई। तो इस तरह का करैक्टर सी। इस तरह के करैक्टर कई बार तो दूसरा मेरा डील डाउल देख के बिल्कुल फिट बैठता सी कि टफ पुलिस वाला सी जड़ा कि भर्ती का इंचार्ज होंदा। तो उस तरह की चीज़ां मैं कहांगा कि एक ऐसी फिल्म जी डिफरेंट कलर सी उसका करन दा उसनूं एक मौका ਤੇ मिला। ਮੁਕੇਸ਼ ਜੀ ਐਕਸਪੈਰੀਮੈਂਟ ਬਹੁਤ ਹੋ ਰਹੀ ਚਾਹੇ ਲੁੱਕਸ ਹੈ ਚਾਹੇ ਉਹ ਮੂਵੀਜ਼ ਨੇ, ਕਿੱਦਾਂ ਦੇ ਐਕਸਪੈਰੀਮੈਂਟਸ ਤੁਸੀਂ ਬਿਲੀਵ ਕਰਦੇ ਹੋ? ਲੁੱਕਸ ਐਕਸਪੈਰੀਮੈਂਟ ਕਿੱਥੇ ਤੱਕ ਸਹੀ ਨੇ? ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਹੈ ਜਾਂ ਕੈਰੈਕਟਰ ਦੇ ਹਿਸਾਬ ਨਾਲ ਹੀ? नहीं देखो हर आदमी अपने तरीके नाल करता है, क्योंकि करैक्टर आर्टिस्ट अफोर्ड ही नहीं कर सकता कि वो एक लुक नूं बना के बैठा रहे। हीरो लोग अफोर्ड कर सकते नहीं, क्योंकि उन्होंने हर चीज़ फीस तो लैके उन्होंने टाइमिंग के हिसाब नाल इतना उन्होंने मिलता है कि वो अपने इतना डेडिकेट कर सकन हर चीज़। ਹੁਣ ਅਸੀਂ ਕਰੈਕਟਰ ਆਰਟਿਸਟ ਸਾਨੂੰ ਜੇ 8-10 ਫਿਲਮਾਂ ਨਹੀਂ ਮਿਲਣਗੀਆਂ ਸਾਲ ਦੀਆਂ ਤੇ ਫਿਰ ਸਾਡਾ ਤੇ ਗੱਲ ਬੰਨੀ ਨਹੀਂ ਹੈ। ਮੈਂ ਹਮੇਸ਼ਾ ਬਿਲੀਵ ਕਰਦਾ ਕਿ ਕਰੈਕਟਰ ਆਰਟਿਸਟ ਦਾ ਫੇਸ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਮਲਟੀ ਕਲਰ ਦੇ ਰੋਲ ਕਰ ਸਕੇ। ਹੁਣ ਇੱਕ ਪਾਰਟਿਕੂਲਰ ਕਿਸਮ ਦੀ ਜਿਸ ਤਰ੍ਹਾਂ ਇੱਕ ਦਾੜੀ ਵੀ ਤੁਸੀਂ ਰੱਖਦੇ ਹੋ, ਇੱਕ ਪਾਰਟਿਕੂਲਰ ਦਾੜੀ ਜਿਹੜੀ ਹੈ ਉਹੀ ਚਲੇਗੀ ਪੁਲਿਸ ਵਿੱਚ ਜਾਂ ਆਰਮੀ ਵਿੱਚ। ਉਹਨੂੰ ਥੋੜਾ ਜਿਹਾ ਡਿਫਰੈਂਟ ਰੂਪ ਦਿਓਗੇ ਤਾਂ ਫਿਰ ਤੁਹਾਨੂੰ ਰੋਲ ਨਹੀਂ ਮਿਲਣੇ। तो ये चीज़ां बड़ा ध्यान रखना पैंदा कि तुसी किस किस्म का अपनी लुक बना के रखते हो। मैं हमेशा अपने आप को सादा रखा। मैं कोई मतलब फिल्म नहीं कर रहा तो मैं अपना कोई गेटअप नहीं बनाता, क्योंकि मेरा जो कुछ है फिल्म वाले। अगर मैं दाढ़ी रखी हुई है तो इसका भी एक मकसद है। ये सिंपल दाढ़ी हर चीज़ सूट हो जाती है, चाहे मैं नेवी का रोल करा या पुलिस का करा या पगड़ी पा के मैं पंजाबी सरदार बन जाऊँ। तो मेरी यही कोशिश रहती है कि उस तरह के रोल करो जिसे मैक्सिमम डिफरेंट करैक्टर कर सको। ਤੇ ਹੋਲੀ ਆ ਰਹੀ ਹੈ ਮੁਕੇਸ਼ ਜੀ, ਭਾਵੇਂ ਹੋਲੀ ਦੇ ਸਮਾਗਮ ਰੱਦ ਹੋ ਚੁੱਕੇ ਨੇ, ਘਰੇ ਤੁਸੀਂ ਕੁਝ ਪਲਾਨ ਕੀਤਾ ਹੋਵੇ ਜਾਂ ਤੁਸੀਂ ਸ਼ੂਟ ਤੇ ਹੀ ਹੋਲੀ ਜਿਹੜਾ ਹੈਗਾ ਹੋਲੀ ਦਾ ਦਿਨ ਸ਼ੂਟ ਤੇ ਜਾਏਗਾ, ਥੋੜਾ ਸ਼ੂਟ ਕਰਦੇ ਨਿਕਲ ਜਾਏਗਾ सारा दिन? देखो वैसे तो मेरी होली इस शूटिंग से निकल जानी है, लेकिन अपनी कोरोना की वजह नाल मेरे ख्याल गवर्नमेंट भी अलाउ नहीं कर रही, और मुझे लगता है कि बहुत सही कर रही है गवर्नमेंट। सानू थोड़ा जिहा साडे ते प्रैशर जिहड़ा ना उन्होंने बुरा नहीं मानना चाहिए, सानू इस चीज़ की रिस्पैक्ट करनी चाहिए, क्योंकि साडे लिए हो रहा जो हो रहा है। और असी जिस नहीं चीज़ां मनते तो फिर चीज़ां फैलदियां ने। तो इस वक्त देश के फिर एक ऐसा माहौल बन रहा है कि सुनन चाह रहे हैं कि वापस कोरोना की वायरस जो फैल रहा है। तो मैं उम्मीद करता कि लोग बुरा ना मना के इस चीज़ की रिस्पैक्ट करेंगे, और होली अपने फैमिली के मैंबर्स जो घर के उन्होंने भी मना सकते। ਤੇ ਤੁਸੀਂ ਜਿੱਦਾਂ ਸਟਾਰ ਕਿਡ ਦਾ ਤੁਸੀਂ ਸਟਾਰ ਹੋ, ਤੁਹਾਡਾ ਬੇਟਾ ਲਾਂਚ ਹੋਣ ਜਾ ਰਿਹਾ, ਕਈ ਵਾਰ ਇਦਾਂ ਹੁੰਦਾ ਕਿ ਸਟਾਰ ਕਿਡਸ ਨੂੰ ਲਾਂਚ ਕਰਦੇ ਆ ਅੱਗੇ ਬਹੁਤ ਐਕਸਪੈਕਟੇਸ਼ਨ ਹੁੰਦੀ, ਇੱਕ ਨਵਾਂ ਹੁਨਰ ਦੇਖਣ ਨੂੰ ਮਿਲਦਾ ਹੈ। ਇਹ ਚੀਜ਼ ਬਾਰੇ ਕੀ ਕਹਿਣਾ ਚਾਹੋਗੇ? ਕੀ ਐਕਸਪੈਕਟੇਸ਼ਨਸ ਨੇ ਬੇਟੇ ਤੋਂ, ਕਿਉਂਕਿ ਲਾਂਚ ਹੋਣ ਜਾ ਰਿਹਾ ਇਸ ਮੂਵੀ ਦੇ ਜ਼ਰੀਏ? मैं इस चीज़ से कभी प्रेशर नहीं पाया। मैंने कोई गल समझाई कि जो भी काम तुसी जिंदगी च करना है, चाहे वो कुछ होर भी करता, तो मैं यही कहता वो काम तुहानूं आना चाहिए, क्योंकि वो उससे काम दे विच ते तुहानूं तरक्की मिलनी है। तो अगर तू एक्टिंग करनी है तो भाई तेनों एक्टिंग के सारे गुर समझ आने चाहिए ना, और अपने आप को ऐसी पोजीशन पर रखो
ਕਿ ਜਿੱਥੇ ਤੁਸੀਂ ਅੱਛੀ ਤਰ੍ਹਾਂ ਸਿੱਖ ਵੀ ਸਕੋ ਔਰ ਉਹ ਕੰਮ ਵੀ ਕਰ ਸਕੋ ਜਿਹਦੇ ਵਾਸਤੇ ਤੁਸੀਂ ਉਹ ਕਰ ਰਹੇ ਹੋ। ਤੋ ਇਹੋ ਹੀ ਚੀਜ਼ਾਂ ਸਮਝਾ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਇਸ ਫਿਲਮ ਦੇ ਦੌਰਾਨ ਉਹਦੇ ਅੰਦਰ ਇੱਕ ਮੈਚੁਰਿਟੀ ਆਈ ਹੈ ਚੀਜ਼ਾਂ ਨੂੰ ਪਿਕ ਕਰਨ ਦੀ, ਫਾਸਟ ਕਰਨ ਦੀ। ਐਕਟਰ ਦਾ ਇਹੀ ਕੰਮ ਹੁੰਦਾ ਹੈ, ਕਿਉਂਕਿ ਹਰ ਚੀਜ਼ ਨੂੰ ਤੁਸੀਂ ਬਿਠਾ ਕੇ ਫਿਰ ਸਿਖਾ ਨਹੀਂ ਸਕਦੇ, ਕਿਉਂਕਿ ਸਾਰੇ ਲੋਕ ਬੈਠੇ ਹੁੰਦੇ ਨੇ, ਹਰ ਚੀਜ਼ ਦਾ ਟਾਈਮ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਫਿਰ ਜਿਸ ਐਕਟਰ ਉਹਨਾਂ ਚੀਜ਼ਾਂ ਨੂੰ ਆਪਣੇ ਦਿਮਾਗ ਨਾਲ ਸੋਚਣ ਲੱਗ ਪੈਂਦਾ ਹੈ ਔਰ ਤਿਆਰ ਰਹਿੰਦਾ ਹੈ ਕਿ ਜਦ ਬੁਲਾਓ ਆਮ ਰੈਡੀ, ਉਸ ਸਿਚੁਏਸ਼ਨ ਜਿਹੜੀ ਮੈਨੂੰ ਲੱਗਦਾ ਕਿਸੇ ਵੀ ਐਕਟਰ ਲਈ ਅੱਛੀ ਸਿਚੁਏਸ਼ਨ ਹੈ ਔਰ ਉਹ ਫਟਾਫਟ ਆਪਣੇ ਨੂੰ ਢਾਲ ਲਓ, ਫਿਰ ਕੁਝ ਸੁਣ ਲਓ, ਕੁਝ ਆਪਣਾ ਦਿਮਾਗ ਲਗਾ ਕੇ ਕੁਝ ਇੱਧਰ ਉੱਧਰ ਦੇਖ ਕੇ ਤੁਸੀਂ ਕਰ ਸਕਦੇ ਹੋ ਤੇ ਚੀਜ਼ਾਂ। ਮੁਕੇਸ਼ ਜੀ, ਇਸ ਫਿਲਮ ਤੋਂ ਬਾਅਦ ਤੁਹਾਡੇ ਫਿਊਚਰ ਪਲਾਨਸ ਕੀ ਨੇ ਤੇ ਆਪਣੇ ਫੈਨਸ ਤੇ ਆਡੀਅנס ਲਈ ਜਾਣੇ ਨੇ ਕੋਈ ਵੀ ਇੱਕ ਜ਼ਬਰਦਸਤ ਦਾ ਡਾਇਲੌਗ ਨਾਲ ਐਂਡਿੰਗ ਕਰਦੇ ਜਾਓ, ਕਿਉਂਕਿ ਇੱਕ ਤੁਹਾਡੀ ਆਵਾਜ਼ ਬੇਸ ਹੈ ਜੋ ਜਦੋਂ ਸਕਰੀਨ ਤੇ ਬੋਲਦਾ ਤਾਂ ਇੱਕ ਆਪਣੇ ਆਪ 'ਚ ਖਾਸ ਅੰਦਾਜ਼ ਹੁੰਦਾ ਹੈ। ਮੈਂ ਇਸ ਦੇ ਬਾਅਦ ਕਿਉਂਕਿ ਪੂਰਾ ਮਹੀਨਾ ਮੈਂ ਇਸ ਫਿਲਮ ਵਾਸਤੇ ਰੱਖਿਆ ਦਾ ਸੀ, ਫਿਰ 10 ਅਪ੍ਰੈਲ ਤੋਂ ਬਾਅਦ ਮੇਰੀ ਦੂਸਰੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ ਸਾਊਥ ਦੇ ਵਿੱਚ ਉਹ ਹੈ ਸੀਰੀਜ਼ ਕਰ ਰਿਹਾ ਸੀ। ਉਹ ਸਾਰੀਆਂ ਚੀਜ਼ਾਂ ਨੂੰ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਕਰਾਂਗਾ ਕਿ ਮੈਂ ਫ੍ਰੀ ਹਾਂ, ਤੁਸੀਂ ਚਾਹੋ ਤਾਂ ਫਿਨਿਸ਼ ਕਰ ਸਕਦੇ ਹੋ। ਇਸ ਤਰ੍ਹਾਂ ਜੋ ਵੀ ਪਹਿਲੇ ਚੱਲ ਰਿਹਾ ਸੀ ਉਸ ਤਰ੍ਹਾਂ ਕਰਾਂਗੇ। ਬਾਕੀ ਜਿਹੜੀ ਬੇਸ ਦੀ ਗੱਲ ਕੀਤੀ, ਆਵਾਜ਼ ਦੀ ਗੱਲ ਕੀਤੀ, ਤੇ ਮੈਂ ਇਹ ਵੀ ਕਹਾਂਗਾ ਕਿ ਤੁਹਾਡੀ ਆਵਾਜ਼ ਵੀ ਕੋਈ ਘੱਟ ਨਹੀਂ ਹੈ। तो समझ नहीं आ रहा है सब दिमाग ਦੇ ਵਿੱਚ, क्योंकि अपनी फिल्म थी फिर भी 10 नहीं साहब 10,000 मिलेंगे, नहीं साहब नहीं, फिर कभी किसी सलीम से न कहना ये घर उसका मुल्क नहीं, ये मुल्क उसका घर नहीं। ਵਾਹ ਜੀ ਵਾਹ, ਤੁਸੀਂ ਦੇਖਿਆ ਸੀ ਕਿ ਮੈਨੇ ਬਾਲੀਵੁੱਡ ਐਕਟਰ ਮੁਕੇਸ਼ ਜੀ ਸੀ ਜਿਨ੍ਹਾਂ ਨੇ ਦੱਸਿਆ ਕਿ ਇਹ ਨੀਡਲ ਮੂਵੀ ਦੇ ਜ਼ਰੀਏ ਉਹਨਾਂ ਦੇ ਬੇਟੇ ਦੀ ਲਾਂਚਿੰਗ ਹੋਣ ਜਾ ਰਹੀ ਹੈ ਪੰਜਾਬੀ ਇੰਡਸਟਰੀ ਵਿੱਚ। ਤਾਂ ਇੱਕ ਸਟਾਰ ਕਿਡ ਨੂੰ ਬਹੁਤ ਗਾਈਡੈਂਸ ਜ਼ਰੂਰੀ ਨੇ, ਕਿਉਂਕਿ ਪਿਤਾ ਹੀ ਆਪਣੇ ਬੇਟੇ ਨੂੰ ਜਿਹੜੀ ਗਾਈਡੈਂਸ ਉਹ ਦੇ ਸਕਦਾ, ਤੇ ਇਹਨਾਂ ਨੇ ਵੱਖ-ਵੱਖ ਅੰਦਾਜ਼ ਦਿਖਾਏ ਆਪਣੀ ਫਿਲਮਾਂ ਦੇ ਜ਼ਰੀਏ, ਸਾਨੂੰ ਐਂਟਰਟੇਨ ਵੀ ਕੀਤਾ ਤੇ ਤਮਾਮ ਫਿਲਮਾਂ 'ਚ ਕੰਮ ਕੀਤਾ ਹੈ ਬਾਲੀਵੁੱਡ ਵਿੱਚ। ਜਿਨ੍ਹਾਂ ਨੇ ਇਹਨਾਂ ਕੰਮ ਕੀਤਾ ਉਹਨਾਂ ਕੰਮ ਕਿਸੇ ਨੇ ਕੀਤਾ ਨਹੀਂ ਹੋਏਗਾ। ਬਣੇ ਰਹੋ ਟੀਵੀ। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।